Hello, students. How are you? I hope you all are fine. Students, what do you notice in this picture? I can notice a beautiful scenery that includes a number of things in it, like greenery. A lot of trees are there, a field of corn, huts, a tractor, kettles, and so on. You can also notice here and here a heavy rain. बहुत ही तेज बारिश की पिक्चर है ये तो I think it's enough to say about the chapter that also includes these things in it. ਅੱਜ ਦਾ ਜੋ ਆਪਣਾ ਚੈਪਟਰ ਹੈ ਉਸ ਦੇ ਬਾਰੇ ਗੈਸ ਕਰਨ ਦੇ ਲਈ ਇਹ ਤੁਹਾਡਾ ਬਹੁਤ ਅੱਛਾ ਰਹੇਗਾ ਕਿ ਜੋ ਆਪਣਾ ਅੱਜ ਦਾ ਚੈਪਟਰ ਹੈ ਉਸ ਦੇ ਵਿੱਚ ਵੀ ਇਸੇ ਤਰ੍ਹਾਂ ਦੇ ਕੁਝ ਫੀਲਡਸ ਦੀ ਰੇਨ ਦੀ ਗੱਲ ਹੋਏਗੀ ਇਸ ਚੀਜ਼ਾਂ ਦੇ ਨਾਲ ਇਹਨਾਂ ਚੀਜ਼ਾਂ ਦੇ ਨਾਲ ਕਾਫੀ ਜ਼ਿਆਦਾ ਰਿਲੇਟਡ ਹੈ ਔਰ ਅੱਜ ਦਾ ਜੋ ਆਪਣਾ ਚੈਪਟਰ ਹੈ ਉਹ ਆਪਣੇ ਕਰੈਕਟਰ ਲੈਂਕੋ ਦੇ ਅਰਾਊਂਡ ਘੁੰਮ ਰਿਹਾ ਹੈ ਔਰ ਉਸ ਦੇ ਜੋ ਕੌਰਨਫੀਲਡ ਨੇ ਉਸ ਦੇ ਅਰਾਊਂਡ ਘੁੰਮ ਰਿਹਾ ਹੈ The whole chapter moves around the character of Lenko and his sufferings. ਔਰ ਉਸ ਤੋਂ ਇਲਾਵਾ ਉਸ ਦੀ ਜੋ ਇੱਕ ਫੇਥ ਹੈ ਗੋਡ ਦੇ ਵਿੱਚ ਰੱਬ ਦੇ ਵਿੱਚ ਉਸ ਦਾ ਵਿਸ਼ਵਾਸ ਹੈ ਉਹ ਐਂਡ ਦੇ ਵਿੱਚ ਆਪਣੇ ਅੱਗੇ ਉੱਭਰ ਕੇ ਆਉਂਦਾ ਹੈ ਤਾਂ ਲੈਂਕੋ ਜੋ ਆਪਣਾ ਮੇਨ ਕਰੈਕਟਰ ਹੈ ਉਸ ਦੀਆਂ ਸਫਰਿੰਗਸ ਤੇ ਉਸ ਦੁਆਰਾ ਲਿਖੇ ਗਏ ਇੱਕ ਲੈਟਰ ਜੋ ਕਿਸ ਨੂੰ ਲਿਖਿਆ ਜਾਂਦਾ ਹੈ ਗੋਡ ਨੂੰ ਤਾਂ ਉਸ ਦੀ ਸਾਰੀ ਇਹ ਕਹਾਣੀ ਹੈ ਹੁਣ ਦੇਖੋ ਆਪਣੇ ਆਪ 'ਚ ਬੜਾ ਇੰਟਰਸਟਿੰਗ ਹੈ ਕਿ ਲੈਟਰ ਉਹ ਵੀ ਗੋਡ ਨੂੰ ਹਾਊ ਇਜ਼ ਇਟ ਪੋਸੀਬਲ ਤਾਂ ਲੈਂਕੋ ਕੀ ਹੈ ਆਪਣੀਆਂ ਸਫਰਿੰਗਸ ਦੀ ਸਾਰੀ ਕਹਾਣੀ ਕਿਸੇ ਹੋਰ ਅੱਗੇ ਨਹੀਂ ਸਿਰਫ ਇੱਕ ਲੈਟਰ ਲਿਖਦਾ ਔਰ ਆਪਣੇ ਰੱਬ ਨੂੰ ਦੱਸਦਾ ਔਰ ਜੋ ਵੀ ਮੰਗਦਾ ਉਸ ਤੋਂ ਮੰਗਦਾ ਲੈਟਰ ਦੇ ਥਰੂ ਦੇਖਣ ਨੂੰ ਤਾਂ ਇਹ ਗੱਲ ਥੋੜੀ ਸਟੂਪਿਡ ਜੀ ਲੱਗ ਰਹੀ ਹੈ ਪਰ ਇਹੀ ਹੀ ਗੱਲ ਹਾਈਲਾਈਟ ਕਰ ਰਹੀ ਹੈ ਉਸ ਦੇ ਫੇਥ ਨੂੰ ਜੋ ਕਿ ਗੋਡ ਦੇ ਵਿੱਚ ਉਸ ਦਾ ਇੱਕ ਬਲਾਈਂਡ ਫੇਥ ਹੈ ਠੀਕ ਹੈ ਜੀ ਲੈਟਸ ਡਿਸਕਸ ਅਬਾਊਟ ਦ ਸਟੋਰੀ ਕਿ ਪੂਰੇ ਚੈਪਟਰ ਦੇ ਵਿੱਚ ਆਪਾਂ ਕੀ ਦੇਖਦੇ ਹਾਂ ਫਨੀ ਵੀ ਹੈ ਇੰਟਰਸਟਿੰਗ ਵੀ ਹੈ ਆਈ ਹੋਪ ਯੂ ਆਲ ਵਿਲ enjoy this chapter so a chapter A Letter to God by G.L. Fuentes ਜੋ ਕਿ ਮੇਨ ਰੈਵੋਲੂਸ਼ਨਰੀ ਰਾਈਟਰ ਹੋਏ ਨੇ ਪਰ ਹਰ ਸਟੋਰੀ ਦੇ ਵਿੱਚ ਇਹਨਾਂ ਨੇ ਆਇਰੋਨਿਕਲੀ ਕੋਈ ਨਾ ਕੋਈ ਮੈਸੇਜ ਦਿੱਤਾ ਮੇਨਲੀ ਇਹ ਸਟੋਰੀ ਵੀ ਸਪੈਨਿਸ਼ ਸੈਟਿੰਗ ਹੈ ਇਸ ਸਟੋਰੀ ਦੀ ਲੈਟਿਨ ਅਮਰੀਕਨ ਸੈਟਿੰਗ ਹੈ ਐਂਡ ਜੋ ਆਪਣੇ ਰਾਈਟਰ ਹੋਏ ਨੇ ਉਹ ਵੀ ਇੱਕ ਮੈਕਸੀਕਨ ਰਾਈਟਰ ਹੈ ਮੈਕਸੀਕਨ ਨੋਵਲਿਸਟ ਪੋਇਟ ਐਂਡ ਜਰਨਲਿਸਟ ਠੀਕ ਹੈ ਜੀ ਜਰਨਲਿਸਟ ਮੀਨਸ ਨਿਊਜ਼ਪੇਪਰ ਔਰ ਪੈਂਫਲੇਟਸ ਕਾਫੀ ਜ਼ਿਆਦਾ ਇਹ ਆਪਣੇ ਜਰਨਲਸ ਲਿਖਦੇ ਰਹਿੰਦੇ ਸੀ ਔਰ ਉਹਨਾਂ ਦੇ ਵਿੱਚ ਕੰਮ ਕਰਦੇ ਰਹਿੰਦੇ ਸੀ ਠੀਕ ਹੈ ਜੀ ਆਪਣੇ ਆਈਡੀਆਜ਼ ਦਿੰਦੇ ਰਹਿੰਦੇ ਸੀ ਤਾਂ ਅੱਗੇ ਵਧਦੇ ਹਾਂ ਲੈਟਸ ਸਟਾਰਟ ਆਰ ਚੈਪਟਰ ਅ ਲੈਟਰ ਟੂ ਗੋਡ ਤਾਂ ਉਸ ਦੇ ਵਿੱਚ ਕੀ ਹੈ ਅੱਗੇ ਦੇਖਦੇ ਹਾਂ ਆਪਾਂ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਆਪਣਾ ਕੈਰੈਕਟਰ ਹੈ ਲੈਂਕੋ ਤਾਂ ਲੈਂਕੋ ਕੀ ਹੈ ਪੂਅਰ ਫਾਰਮਰ ਹੈ ਬਹੁਤ ਮਿਹਨਤੀ ਹੈ ਉਸਨੇ ਆਪਣੀ ਪੂਰੀ ਫਸਲ ਸੋ ਕਾਲੀ ਮੀਨਸ ਉਹਨੇ ਕੌਰਨ ਦੇ ਫੀਲਡ ਵਿੱਚ ਆਪਣੀ ਜੋ ਫਸਲ ਬੀਜੀ ਹੈ ਉਸ ਦੇ ਲਈ ਰੇਨ ਦੀ ਵੇਟ ਕਰ ਰਿਹਾ ਰੇਨ ਆਂਦੀ ਵੀ ਹੈ ਬਟ ਜਲਦੀ ਹੀ ਉਹ ਰੇਨ ਜਿਸ ਨੂੰ ਉਹ ਬਾਹਰ ਪਹਿਲਾਂ ਇੰਜੋਏ ਵੀ ਕਰਦੇ ਨੇ ਥੰਡਰਸਟੋਰਮ ਤੋਂ ਬਾਅਦ ਹੇਲ ਸਟੋਰਮ ਦੇ ਵਿੱਚ ਚੇਂਜ ਹੋ ਜਾਂਦੀ ਹੈ ਹੇਲ ਮਤਲਬ ਗੜੇ ਹੇਲ ਸਟੋਰਮ ਇਨ ਗੜਿਆਂ ਦੇ ਇੱਕ ਤੂਫਾਨ ਦੇ ਵਿੱਚ ਚੇਂਜ ਹੋ ਜਾਂਦੀ ਹੈ ਐਂਡ ਹਿਸ ਹੋਲ ਫੀਲਡਸ ਵਰ ਡਿਸਟਰੋਇਡ ਉਹ ਸਾਰੇ ਫੀਲਡ ਕੀ ਨੇ ਡਿਸਟਰੋਏ ਹੋ ਜਾਂਦੇ ਨੇ ਸਾਰੀ ਜੋ ਮੱਕੀ ਦੀ ਫਸਲ ਹੈ ਖਤਮ ਹੋ ਜਾਂਦੀ ਹੈ ਅਤੇ ਉਹਦੀਆਂ ਸਫਰਿੰਗਸ ਸਟਾਰਟ ਹੋ ਜਾਂਦੀ ਹੈ ਦੈਨ ਹੀ ਇਜ਼ ਥਿੰਕਿੰਗ ਅਬਾਊਟ ਹਿਜ਼ ਲਾਸ ਉਹ ਸੋਚਦਾ ਹੈ ਅਸੀਂ ਤਾਂ ਭੁੱਖੇ ਮਰ ਜਾਂਗੇ ਔਰ ਅਚਾਨਕ ਉਸਦੇ ਮਨ 'ਚ ਜੋ ਗੱਲ ਆਉਂਦੀ ਹੈ ਕਿ ਮੈਂ ਇੱਕ ਲੈਟਰ ਲਿਖਦਾ ਗੋਡ ਨੂੰ ਜੋ ਹਮੇਸ਼ਾ ਸਭ ਦੀ ਹੈਲਪ ਕਰਦਾ ਹੈ ਔਰ ਉਸ ਦੇ ਵਿੱਚ ਪੈਸਿਆਂ ਬਾਰੇ ਲਿਖਦਾ ਕਿ ਮੇਰੀ ਮਦਦ ਕਰੇ ਤੋ ਹੀ ਰੋਟ ਅ ਲੈਟਰ ਟੂ ਗੋਡ
ਜਿਸ ਦੇ ਵਿੱਚ ਉਹ ਲਿਖਦਾ ਕਿ ਮੇਰੀ ਪੂਰੀ ਫਸਲ ਤਬਾਹ ਹੋ ਚੁੱਕੀ, ਤਾਂ ਮੈਨੂੰ ਤੁਸੀਂ 100 ਪੈਸੋਜ਼, ਉੱਥੇ ਦੀ ਕਰੰਸੀ ਹੈ ਇਹ ਲੈਟਿਨ ਅਮਰੀਕਾ, ਉਹ ਲੈਟਰ ਲਿਖਦਾ ਹੈ, ਆਪਣੀ ਕੰਡੀਸ਼ਨਸ ਦੱਸਦਾ ਹੈ ਕਿ ਇਫ ਹੀ ਡੋਂਟ ਇਟ ਵਿਲ ਰੂਨ ਹਿਜ਼ ਫਿਊਚਰ, ਔਰ ਉਹ ਭੁੱਖੇ ਮਰ ਜਾਣਗੇ। ਉਹ ਲੈਟਰ ਲਿਖ ਕੇ ਪੋਸਟ ਬਾਕਸ ਵਿੱਚ ਪਾ ਦਿੰਦਾ, ਅਤੇ ਉਹ ਪੋਸਟ ਮਾਸਟਰ ਕੀ ਹੈ, ਉਸ ਲੈਟਰ ਨੂੰ ਜਦੋਂ ਉੱਥੋਂ ਨਿਕਾਲਦਾ ਹੈ ਪੋਸਟਮੈਨ, ਤਾਂ ਉਹ ਪੋਸਟ ਮਾਸਟਰ ਕੋਲ ਲੈਟਰ ਪਹੁੰਚਦਾ ਹੈ। ਅਤੇ ਪੋਸਟ ਮਾਸਟਰ ਜਦੋਂ ਉਸ ਲੈਟਰ ਨੂੰ ਪੜ੍ਹਦਾ, ਪਹਿਲਾਂ ਤਾਂ ਸਾਰੇ ਬਹੁਤ ਹੱਸਦੇ ਨੇ ਕਿ ਕਿੱਦਾਂ ਦਾ ਇਨਸਾਨ ਹੈ ਜਿਹਨੇ ਗੋਡ ਨੂੰ ਲੈਟਰ ਲਿਖਤਾ, ਬੜਾ ਹੱਸਦੇ ਨੇ, ਬਹੁਤ ਹਿਊਮਰਸ ਜਿਹਾ ਇੱਕ ਸੀਨ ਬਣ ਜਾਂਦਾ ਇਹ, ਔਰ ਆਪਾਂ ਨੂੰ ਵੀ ਹੱਸੀ ਆਉਂਦੀ ਹੈ, ਮੈਨੂੰ ਵੀ ਆ ਰਹੀ ਹੈ। ਬਟ ਅਚਾਨਕ ਹੀ ਪੋਸਟ ਮਾਸਟਰ ਜਦੋਂ ਉਸ ਲੈਟਰ ਨੂੰ ਪੜ੍ਹਦਾ ਔਰ ਲਾਈਨ ਪੜ੍ਹਦਾ ਕਿ ਅਗਰ ਤੁਸੀਂ ਸਾਡੀ ਹੈਲਪ ਨਹੀਂ ਕਰੋਗੇ ਅਸੀਂ ਭੁੱਖੇ ਮਰ ਜਾਵਾਂਗੇ, ਮੇਰੀ ਫੈਮਿਲੀ ਕੀ ਹੈ ਪੂਰੀ ਖਤਮ ਹੋ ਜਾਏਗੀ, ਤਾਂ ਪੋਸਟ ਮਾਸਟਰ ਸੀਰੀਅਸ ਹੋ ਜਾਂਦਾ ਔਰ ਉਹਦੀ ਹੈਲਪ ਕਰਨ ਦੀ ਸੋਚਦਾ ਕਿ ਵਾਕਈ ਬੰਦੇ ਨੂੰ ਨੀਡ ਹੈ, ਉਹਦਾ ਗੋਡ ਦੇ ਵਿੱਚ ਯਕੀਨ ਬਹੁਤ ਹੈ, ਇਸ ਲਈ ਉਹ ਹੈਲਪ ਕਰਦੇ ਨੇ ਉਸਦੀ ਮਨੀ ਦੇ ਨਾਲ। ਕਲੈਕਸ਼ਨ ਕਿੱਦਾਂ ਕਰਦੇ ਨੇ, ਸਾਰੇ ਮੈਂਬਰਸ ਮਿਲ ਕੇ ਥੋੜ੍ਹਾ ਥੋੜ੍ਹਾ ਕਲੈਕਸ਼ਨ ਕਰਦੇ ਨੇ, ਡਿਸਟਰੀਬਿਊਟ ਕਰਦੇ ਨੇ ਉਸ ਦੇ ਲਈ, ਠੀਕ ਹੈ ਜੀ। ਔਰ ਉਸ ਤੋਂ ਬਾਅਦ ਪੋਸਟ ਮਾਸਟਰ ਆਪਣੀ ਸੈਲਰੀ 'ਚੋਂ ਵੀ ਕੁਛ ਹਿੱਸਾ ਪਾਉਂਦਾ, ज़्यादा ਤਾਂ ਨਹੀਂ, ਪੂਰੇ 100 ਪੈਸੋਜ਼ ਤਾਂ ਨਹੀਂ ਉਹ ਕਲੈਕਟ ਕਰ ਪਾਉਂਦੇ, ਪਰ 70 ਪੈਸੋਜ਼ ਉਹ ਇਕੱਠੇ ਕਰ ਲੈਂਦੇ ਨੇ। ਉਹਨਾਂ ਨੂੰ ਲੱਗਦਾ ਇਨਫ ਹੈ, ਚਲੋ 100 ਨਾ ਸੀ, ਜਿੰਨੇ ਹੋ ਗਏ ਬਹੁਤ ਨੇ, ਔਰ ਉਹ ਐਨਵੈਲਪ ਦੇ ਵਿੱਚ ਉਸ ਮਨੀ ਨੂੰ ਪਾਉਂਦੇ ਨੇ। ਐਨਵੈਲਪ 'ਚ ਪਾਉਣ ਤੋਂ ਬਾਅਦ ਉਸ 'ਤੇ ਕੁਛ ਨਹੀਂ, ਸਿਰਫ ਉਸ ਨੂੰ ਪੇਸਟ ਕਰਨ ਤੋਂ ਬਾਅਦ 70 ਪੈਸੋਜ਼ ਉਸ 'ਚ ਪਾ ਕੇ ਪੇਸਟ ਕਰਨ ਤੋਂ ਬਾਅਦ ਪਿੱਛੋਂ ਉਸ 'ਤੇ ਸਿਰਫ ਇੱਕ ਵਰਡ ਲਿਖਦਾ, ਉਹ ਵੀ ਸਿਗਨੇਚਰ ਦੇ ਰੂਪ ਵਿੱਚ, ਗੋਡ ਔਰ ਟੂ ਲੈਂਕੋ, ਠੀਕ ਹੈ ਜੀ। ਇੱਕ ਵਰਡ ਗੋਡ ਲਿਖਣ ਤੋਂ ਬਾਅਦ ਉਹ ਕੀ ਹੈ, ਪੋਸਟ ਮਾਸਟਰ ਉਸ ਨੂੰ ਉੱਥੇ ਰੱਖ ਲੈਂਦਾ ਪੋਸਟ ਆਫਿਸ ਦੇ ਵਿੱਚ। ਕੁਛ ਟਾਈਮ ਬਾਅਦ, 1-2 ਦਿਨ ਜਦੋਂ ਚਲੇ ਜਾਂਦੇ ਨੇ, ਤਾਂ ਕੁਛ ਟਾਈਮ ਬਾਅਦ ਲੈਂਕੋ ਪੋਸਟ ਆਫਿਸ ਪਹੁੰਚਦਾ ਹੈ, ਇਹ ਦੇਖਣ ਲਈ ਕਿ ਕੋਈ ਰਿਪਲਾਈ ਆਇਆ ਜਾਂ ਨਹੀਂ ਆਇਆ, ਪੁੱਛਦਾ ਜਾ ਕੇ ਕਿ ਕੋਈ ਗੋਡ ਵੱਲੋਂ ਲੈਟਰ ਤਾਂ ਨਹੀਂ ਆਇਆ, ਔਰ ਪੋਸਟ ਮਾਸਟਰ ਉਹਨੂੰ ਉਹ ਲੈਟਰ ਦੇ ਦਿੰਦਾ। ਓਪਨ ਕਰਨ ਤੋਂ ਬਾਅਦ ਲੈਂਕੋ ਖੁਸ਼ ਤਾਂ ਨਹੀਂ ਹੁੰਦਾ, ਕਿਉਂਕਿ ਉਹਨੂੰ ਪਹਿਲਾਂ ਹੀ ਪਤਾ ਹੁੰਦਾ ਕਿ ਗੋਡ ਮੇਰੀ ਹੈਲਪ ਕਰੇਗਾ, ਇੰਨੀ ਜ਼ਿਆਦਾ ਬਲਾਈਂਡ ਫੇਥ ਹੈ। ਪਰ ਜਦੋਂ ਉਹ ਦੇਖਦਾ ਕਿ ਲੈਟਰ ਵਿੱਚ ਕੀ ਨੇ, ਜੋ ਰਿਪਲਾਈ ਆਇਆ ਉਸ 'ਚ 100 ਪੈਸੋ ਦੀ ਜਗ੍ਹਾ 70 ਪੈਸੋ ਹੈ, 70 ਪੈਸੋਜ਼ ਹੈ, ਤਾਂ ਕੀ ਹੈ, ਉਹਨੂੰ ਗੁੱਸਾ ਆਉਂਦਾ। ਉਹ ਸੋਚਦਾ ਇਹ ਗਲਤੀ ਗੋਡ ਤੋਂ ਨਹੀਂ ਹੋ ਸਕਦੀ, ਕਿਉਂਕਿ ਰੱਬ ਕਦੇ ਗਲਤੀ ਨਹੀਂ ਕਰਦਾ। ਇੱਥੇ ਕੀ ਹੈ, ਉਹਦੀ ਫੇਥ ਦੁਬਾਰਾ ਸਾਹਮਣੇ ਆਉਂਦੀ ਹੈ, ਹਿਸ ਫੇਥ ਇਜ਼ ਬਲਾਈਂਡ, ਇਹ ਵੀ ਸਾਹਮਣੇ ਆਉਂਦਾ ਹੈ ਕਿ ਰੱਬ ਕਦੇ ਗਲਤੀ ਨਹੀਂ ਕਰ ਸਕਦਾ। ਉਹਨੇ ਤਾਂ 100 ਹੀ ਭੇਜੇ ਹੋਣਗੇ, ਮੇਰੇ ਪੈਸੇ ਕੀ ਨੇ ਕੱਢ ਲਏ ਗਏ ਨੇ, ਇਸ ਲਈ ਉਹ ਦੁਬਾਰਾ ਇੱਕ ਹੋਰ ਲੈਟਰ ਲਿਖਦਾ ਗੋਡ ਨੂੰ, ਔਰ ਉਸ ਦੇ ਵਿੱਚ ਫਿਰ ਤੋਂ ਔਰ ਕੀ ਲਿਖਦਾ ਕਿ ਤੁਸੀਂ ਜੋ ਪੈਸੇ ਨੈਕਸਟ ਟਾਈਮ ਭੇਜੋਗੇ, ਗੋਡ ਟੂ ਗੋਡ ਲਿਖਣ ਤੋਂ ਬਾਅਦ ਜਦੋਂ ਪੋਸਟ ਕਰਦਾ ਕਿ ਉਸ 'ਚ ਲਿਖਿਆ ਜਾਂਦਾ ਜੋ ਪੈਸੇ ਭੇਜੋਗੇ ਉਹ ਤੁਸੀਂ ਇੱਥੇ ਨਾ ਭੇਜਿਓ, ਉਹ ਕਿਸੇ ਹੋਰ ਤਰੀਕੇ ਨਾਲ ਭੇਜਿਓ, ਕਿਉਂਕਿ ਪੋਸਟ ਆਫਿਸ ਦੇ ਵਿੱਚ ਕਰਪਟ ਪੀਪਲ ਨੇ, ਇਹਨਾਂ ਨੇ ਸ਼ਾਇਦ ਪੈਸੇ ਕੱਢ ਲਏ। ਉਹਨੂੰ ਇਹ ਡਾਊਟ ਹੁੰਦਾ, ਤਾਂ ਪੋਸਟ ਮਾਸਟਰ ਜਦੋਂ ਇਹ ਚੀਜ਼ ਦੇਖਦਾ, ਪੜ੍ਹਦਾ, ਉਸ ਲੈਟਰ ਨੂੰ ਦੇਖਦਾ, ਸੈਕਿੰਡ ਲੈਟਰ ਨੂੰ, ਤਾਂ ਉਹ ਬੜਾ ਹੈਰਾਨ ਹੁੰਦਾ। ਔਰ ਇੱਥੇ ਹੀ ਸਟੋਰੀ ਕੀ ਹੈ, ਹਾਈਲਾਈਟ ਕਰਦੀ ਹੈ ਉਹਦੀ ਫੇਥ, ਐਂਡ ਇੱਕ ਆਇਰੋਨੀ ਛੱਡਦੀ ਹੈ ਕਿ ਕਿੱਦਾਂ ਇਨਸਾਨ ਦੀ ਬਲਾਈਂਡ ਫੇਥ ਉਹਨੂੰ ਕਿਤੇ ਨਾ ਕਿਤੇ ਸੈਲਫਿਸ਼ ਵੀ ਕਰ ਦਿੰਦੀ ਹੈ। ਉਹ ਸੋਚਦਾ ਹੀ ਦੂਜੇ ਪਹਿਲੂ ਤੋਂ, ਉਹਦੀ ਸੋਚ 'ਤੇ ਵੀ ਇੱਕ ਕੁਐਸਚਨ ਮਾਰਕ ਲਗਾ ਦਿੰਦੀ ਹੈ, ਠੀਕ ਹੈ ਜੀ। ਦੈਟਸ ਆਲ ਅਬਾਊਟ ਦ ਸਟੋਰੀ। ਓਵਰਆਲ ਦਾ ਜੋ ਇਹਦਾ ਹੈ ਕਨਸੈਪਟ ਆਪਣੇ ਲੈਟਰ ਟੂ ਗੋਡ ਸਟੋਰੀ ਦਾ, ਕਿ ਲੈਂਕੋ ਦੀ ਸਟੋਰੀ ਹੈ ਜਿਸ ਦੀ ਫਸਲ ਤਬਾਹ ਹੋ ਗਈ ਰੇਨ ਦੇ ਨਾਲ ਤਬਾਹ ਹੋਈ ਫਸਲ, ਤਾਂ ਉਹਨੇ ਲੈਟਰ ਲਿਖਿਆ ਗੋਡ ਨੂੰ, ਔਰ ਪੋਸਟ ਮਾਸਟਰ ਨੇ ਉਹਦਾ ਲੈਟਰ ਪੜ੍ਹਿਆ, ਪਹਿਲਾਂ ਕਾਫੀ ਹੱਸੇ, ਪਰ ਸੀਰੀਅਸ ਹੋਣ ਤੋਂ ਬਾਅਦ ਉਹਨਾਂ ਨੇ ਸੋਚਿਆ ਕਿ ਉਹਦੀ ਹੈਲਪ ਕੀਤੀ ਜਾਵੇ। ਉਹੀ ਹੈਲਪ ਕਰਦੇ ਨੇ, ਅਤੇ ਉਹਨਾਂ ਨੂੰ ਗਰੁੱਪ ਆਫ ਕਰਪਟ ਪੀਪਲ ਦੱਸ ਕੇ ਉਹ ਦੁਬਾਰਾ ਲੈਟਰ ਲਿਖਦਾ ਗੋਡ ਨੂੰ ਕਿ ਜੋ ਲੈਫਟ ਮਨੀ ਹੈ ਉਹ ਭੇਜੀ ਜਾਵੇ, ਪਰ ਪੋਸਟ ਮਾਸਟਰ ਜਾਂ ਪੋਸਟ ਆਫਿਸ ਵਿੱਚ ਨਾ,
ਕੋਈ ਹੋਰ ਤਰੀਕੇ ਨਾਲ। ਠੀਕ ਹੈ ਜੀ, ਜੋ ਇੱਕ ਆਇਰੋਨੀ ਹੈ ਇੱਕ ਪਰਸਨ ਦੀ ਫੇਥ ਔਰ ਉਸਦੀ ਮੈਂਟੈਲਿਟੀ 'ਤੇ। ਦੈਟਸ ਆਲ। तो थीम की गल करिए, द स्टोरी डिस्कसेस अबाउट द पावर ऑफ innocent faith in God by a man and how is able to accomplish his want through it। कि ਇੰਨੀ ਜ਼ਿਆਦਾ ਫੇਥ ਕਿਤੇ ਨਾ ਕਿਤੇ ਤੁਹਾਡੀ ਨੀਡ ਤਾਂ ਪੂਰੀ ਕਰ ਦਿੰਦੀ ਹੈ, ਪਰ ਇੱਕ ਆਇਰੋਨੀ ਨਾਲ ਹੋ ਜਾਂਦੀ ਹੈ ਕਿ ਤੁਸੀਂ ਅੰਧ ਵਿਸ਼ਵਾਸ ਔਰ ਇੱਕ ਸੈਟਿਸਫੈਕਸ਼ਨ ਜੋ ਹੁੰਦੀ ਹੈ ਉਸ ਤੋਂ ਕਿਤੇ ਪਰੇ, ਔਰ ਜੋ ਸਭ ਤੋਂ ਮੇਨ ਤੁਹਾਡੀ ਥਿੰਕਿੰਗ ਪਾਵਰ ਹੈ ਉਹ ਕਿਤੇ ਨਾ ਕਿਤੇ ਖਤਮ ਹੋ ਜਾਂਦੀ ਹੈ। ਉਹੀ ਲੋਕ ਨੋ ਡਾਊਟ ਇਸ ਨੂੰ ਆਪਾਂ ਹੋਰ ਵੀ ਆਇਰੋਨੀ ਦੂਜੇ ਪਾਸੇ ਸਮਝ ਸਕਦੇ ਹਾਂ ਕਿ ਸਿਸਟਮ ਇੰਨਾ ਕਰਪਟ ਹੈ, ਇਨਸਾਨਾਂ ਦਾ ਦਿਮਾਗ ਇਹੀ ਸੋਚਦਾ ਕਿ ਗਲਤੀ ਨਹੀਂ ਹੋ ਸਕਦੀ, ਸਿਸਟਮ 'ਚ ਕਰਪਸ਼ਨ ਕਰਕੇ ਇਹ ਕੰਮ ਮੇਰਾ ਪੂਰਾ ਨਹੀਂ ਹੋਇਆ। ਪਰ ਜੋ ਬੰਦੇ ਚੰਗੇ ਨੇ ਉਹ ਵੀ ਇਸ ਦੇ ਵਿੱਚ ਸਾਰੇ ਹੀ ਮਾਰੇ ਜਾਂਦੇ ਨੇ, ਜਿੱਦਾਂ ਕਹਿੰਦੇ ਨੇ ਨਾ ਆਟੇ ਦੇ ਨਾਲ ਘੁਣ ਵੀ ਪਿਸਿਆ ਜਾਂਦਾ। ਤੋ ਇਹ ਚੀਜ਼ ਵੀ ਹਾਈਲਾਈਟ ਕੀਤੀ ਗਈ ਹੈ। ਓਵਰਆਲ ਸਟੋਰੀ ਬਹੁਤ ਹਿਊਮਰਸ ਵੀ ਹੈ, ਇੰਟਰਸਟਿੰਗ ਵੀ ਹੈ। ਆਈ ਹੋਪ ਇਟ ਵਿਲ ਕਲੀਅਰ ਟੂ ਯੂ ਆਲ। ਔਰ ਇਸ ਤੋਂ ਬਾਅਦ ਤੁਹਾਡੀ ਵਰਕਸ਼ੀਟ ਯੂ ਹੈਵ ਟੂ ਸੋਲਵ ਸ਼ਾਰਟ ਕੁਐਸਚਨਸ ਹੈ ਬੇਟਾ, ਜਿੰਨਾ ਪੁੱਛਿਆ ਟੂ ਦੀ ਪੁਆਇੰਟ ਤੁਸੀਂ ਆਂਸਰ ਦੇਣੇ ਹੈ। ਐਂਡ ਆਫਟਰਵਰਡ ਦੇਅਰ ਇਜ਼ ਅ ਪੈਸਿਜ ਕੰਪਰੀਹੈਂਸ਼ਨ। ਪੈਸਿਜ ਹੈ ਇੱਕ, ਤੁਸੀਂ ਉਸਦੇ ਵਿੱਚ ਪੈਸਿਜ ਦੇ ਵਿੱਚ ਕੀ ਹੈ ਐਰਰਸ ਲੱਭਣੀਆਂ ਨੇ। ਇਸ ਵਰਕਸ਼ੀਟ ਦੇ ਵਿੱਚ ਜੋ ਵੀ ਤੁਹਾਨੂੰ ਐਰਰ ਲੱਭਦੀ ਹੈ ਉਸਨੂੰ ਹਾਈਲਾਈਟ ਕਰੋ, ਰਾਈਟ ਕਰੋ ਐਂਡ ਦੱਸੋ ਕਿ ਉੱਥੇ ਤੁਸੀਂ ਕੀ ਸਮਝਦੇ ਹੋ ਕੀ ਆਉਣਾ ਚਾਹੀਦਾ ਹੈ। ਅਗਰ ਕੋਈ ਐਰਰ ਇੱਦਾਂ ਦੀ ਹੈ ਕੱਟ ਕਰਨ ਵਾਲੀ ਹੈ ਉਸਨੂੰ ਕੱਟ ਕਰੋ। ਐਂਡ ਲਾਸਟ ਵਨ ਇਜ਼ use correct forms of verb। that's all, it's your worksheet beta, you have to solve। I hope everything is clear to you। thank you, have a nice day।